हाँ जी स्टूडेंट्स, लास्ट टाइम तुसी EMF ਤੇ ਪੋਟੈਂਸ਼ੀਅਲ ਡਿਫਰੈਂਸ ਦੇ ਵਿਚਕਾਰ ਡਿਫਰੈਂਸ ਦਾ ਕੁਐਸਚਨ ਕੀਤਾ ਸੀ ਤੇ ਇਸ ਤੋਂ ਬਾਅਦ ਨੈਕਸਟ ਟੌਪਿਕ ਅੱਜ ਆਪਾਂ ਡਿਸਕਸ ਕਰਾਂਗੇ ਸਟੈਂਡਰਡ ਇਲੈਕਟ੍ਰੋਡ ਪੋਟੈਂਸ਼ੀਅਲ। ਸਟੈਂਡਰਡ ਇਲੈਕਟ੍ਰੋਡ ਪੋਟੈਂਸ਼ੀਅਲ ਇੱਕ ਇਲੈਕਟ੍ਰੋਡ ਪੋਟੈਂਸ਼ੀਅਲ ਸਟੈਂਡਰਡ ਜੋ ਹੈ ਉਹ ਸਾਇੰਟਿਸਟ ਜਿਹੜੇ ਆ ਉਹਨਾਂ ਦੇ ਦੁਆਰਾ ਇੱਕ ਮੇਨਟੇਨ ਕੀਤਾ ਗਿਆ ਸੀ, ਕਿਉਂਕਿ ਜੋ ਇਲੈਕਟ੍ਰੋਕੈਮੀਕਲ ਸੈੱਲ ਤੁਸੀਂ ਪੜ੍ਹਿਆ ਹੈ ਉਹਦੇ 'ਚ ਤੁਸੀਂ ਦੇਖਦੇ ਆ ਕਿ ਦੋ ਹਾਫ ਸੈੱਲਸ ਜਿਹੜੇ ਨੇ ਉਹ ਆਪਸ 'ਚ ਕਨੈਕਟ ਹੁੰਦੇ ਆ ਤਾਂ ਜੋ ਸੈੱਲ ਦਾ ਸਰਕਟ ਹੈ ਪੂਰਾ ਕੰਪਲੀਟ ਹੁੰਦਾ ਹੈ। ਸੋ ਉੱਥੇ ਫਿਰ ਸੈੱਲ ਦੀ ਜੋ ਵੋਲਟੇਜ ਹੈ ਜਾਂ ਕਰੰਟ ਹੈ ਉਹ ਐਮੀਟਰ ਦੇ ਦੁਆਰਾ ਮਾਪਿਆ ਜਾਂਦਾ ਹੈ। ਤਾਂ ਉੱਥੇ ਜੋ ਕੱਲਾ ਕੱਲਾ ਹਾਫ ਸੈੱਲ ਹੈ ਜੋ ਲੈਫਟ ਹੈਂਡ ਸਾਈਡ 'ਤੇ ਜ਼ਿੰਕ ਵਾਲਾ ਹੈ ਜਾਂ ਰਾਈਟ ਹੈਂਡ ਸਾਈਡ 'ਤੇ ਕਾਪਰ ਵਾਲਾ, ਤਾਂ ਉਸ ਇਕੱਲੇ ਹਾਫ ਸੈੱਲ ਜੋ ਹੈ ਉਸ ਦੀ ਇਲੈਕਟ੍ਰੋਡ ਪੋਟੈਂਸ਼ੀਅਲ ਆਪਾਂ ਮੇਜਰ ਨਹੀਂ ਕਰ ਸਕਦੇ ਕਿ ਇਕੱਲੇ ਦੀ ਕਿੰਨੀ ਹੈ, ਕਿਉਂਕਿ ਸੈੱਲ ਹਮੇਸ਼ਾ ਕੰਬੀਨੇਸ਼ਨ 'ਚ ਵਰਕ ਕਰਦਾ ਹੈ। ਸੋ ਫਿਰ ਉਹਨਾਂ ਦੀ ਜੋ ਇਕੱਲੇ ਇਕੱਲੇ ਦੀ ਇਲੈਕਟ੍ਰੋਡ ਪੋਟੈਂਸ਼ੀਅਲ ਵੈਲਿਊ ਹੈ ਉਹ ਕੈਲਕੂਲੇਟ ਕਰਨ ਦੇ ਲਈ ਇੱਕ ਸਟੈਂਡਰਡ ਇਲੈਕਟ੍ਰੋਡ ਪੋਟੈਂਸ਼ੀਅਲ ਬਣਾਇਆ ਗਿਆ ਸਾਇੰਟਿਸਟਾਂ ਦੇ ਦੁਆਰਾ। ਸੋ ਉਹ ਇੱਥੇ ਆਪਾਂ ਡਿਸਕਸ ਕਰਨਾ ਹੈ। ਸੋ ਪਹਿਲਾਂ ਲਿਖਿਆ ਹੋਇਆ ਇੱਥੇ, ਸਿੰਸ ਆ ਹਾਫ ਸੈਲ ਇਨ ਐਨ ਇਲੈਕਟ੍ਰੋਕੈਮੀਕਲ ਸੈਲ ਕੈਨ ਵਰਕ ਓਨਲੀ ਇਨ ਕੰਬੀਨੇਸ਼ਨ ਵਿਦ ਦਾ ਅਦਰ ਹਾਫ ਸੈਲ। ਕਿਉਂਕਿ ਕਹਿੰਦੇ ਇਲੈਕਟ੍ਰੋਕੈਮੀਕਲ ਸੈੱਲ ਦੇ ਵਿੱਚ ਇੱਕ ਹਾਫ ਸੈੱਲ ਜੋ ਹੈ ਉਹ ਸਿਰਫ ਉਦੋਂ ਹੀ ਕੰਮ ਕਰ ਸਕਦਾ ਜਦੋਂ ਉਹ ਕੰਬੀਨੇਸ਼ਨ 'ਚ ਹੋਵੇ ਦੂਜੇ ਹਾਫ ਸੈੱਲ ਦੇ ਨਾਲ, ਐਂਡ ਡਜ਼ ਨਾਟ ਵਰਕ ਇੰਡੀਪੈਂਡੈਂਟਲੀ, ਤੇ ਇਕੱਲਾ ਵਰਕ ਨਹੀਂ ਕਰ ਸਕਦਾ ਉਹ। ਸੋ ਇਟ ਇਜ਼ ਨਾਟ ਪੋਸੀਬਲ ਟੂ ਡਿਟਰਮਿਨ ਦਾ ਐਬਸੋਲਿਊਟ ਇਲੈਕਟ੍ਰੋਡ ਪੋਟੈਂਸ਼ੀਅਲ ਆਫ ਐਨ ਇਲੈਕਟ੍ਰੋਡ। ਸੋ ਇੱਕ ਇਲੈਕਟ੍ਰੋਡ ਦੀ ਐਬਸੋਲਿਊਟ ਇਲੈਕਟ੍ਰੋਡ ਪੋਟੈਂਸ਼ੀਅਲ ਵੈਲਿਊ ਕਰਨੀ ਕਹਿੰਦੇ ਪੋਸੀਬਲ ਨਹੀਂ ਹੈ। But this difficulty can be solved by selecting one of the electrode as a reference electrode by fixing the potential of this electrode 0। ਪਰ ਕਹਿੰਦੇ ਇਹ ਡਿਫਿਕਲਟੀ ਜੋ ਪ੍ਰੋਬਲਮ ਸੀ ਇਹਨੂੰ ਸੋਲਵ ਕੀਤਾ ਗਿਆ, ਜਿਹਦੇ ਵਿੱਚ ਇੱਕ ਕੋਈ ਇਹੋ ਜਿਹਾ ਰੈਫਰੈਂਸ ਇਲੈਕਟ੍ਰੋਡ ਲਿਆ ਗਿਆ ਜਿਸ ਵਿੱਚ ਉਸ ਰੈਫਰੈਂਸ ਇਲੈਕਟ੍ਰੋਡ ਦੀ ਜੋ ਪੋਟੈਂਸ਼ੀਅਲ ਹੈ ਉਸ ਨੂੰ 0 ਲਿਆ ਗਿਆ। ਫॉर ਦਿਸ ਪਰਪਸ reversible hydrogen electrode has been universally accepted as a reference electrode। ਕਹਿੰਦੇ ਇਸ ਕੰਮ ਦੇ ਲਈ ਇੱਕ ਰਿਵਰਸੀਬਲ ਹਾਈਡਰੋਜਨ ਇਲੈਕਟ੍ਰੋਡ ਜੋ ਹੈ ਉਹ ਯੂਨੀਵਰਸਲੀ ਅਸੈਪਟ ਕੀਤਾ ਗਿਆ, ਮੀਨਸ ਆਲ ਓਵਰ ਦਾ ਵਰਲਡ ਅਸੈਪਟ ਕੀਤਾ ਗਿਆ ਸਾਇੰਟਿਸਟਾਂ ਦੇ ਦੁਆਰਾ, ਐਂਡ ਇਟ ਇਜ਼ ਕਾਲਡ ਸਟੈਂਡਰਡ ਹਾਈਡਰੋਜਨ ਇਲੈਕਟ੍ਰੋਡ ਔਰ ਨਾਰਮਲ ਹਾਈਡਰੋਜਨ ਇਲੈਕਟ੍ਰੋਡ। ਤੇ ਉਹਨੂੰ ਫਿਰ ਨਾਮ ਦਿੱਤਾ ਗਿਆ ਜਾਂ ਤਾਂ ਸਟੈਂਡਰਡ ਹਾਈਡਰੋਜਨ ਇਲੈਕਟ੍ਰੋਡ ਦਾ SHE ਜਾਂ ਫਿਰ ਨਾਰਮਲ ਹਾਈਡਰੋਜਨ ਇਲੈਕਟ੍ਰੋਡ NHE। ਮਤਲਬ ਨਾਰਮਲ ਕੰਡੀਸ਼ਨਸ ਦੇ ਉੱਤੇ ਜਾਂ ਸਟੈਂਡਰਡ ਕੰਡੀਸ਼ਨਸ ਦੇ ਉੱਤੇ ਇੱਕ ਇਲੈਕਟ੍ਰੋਡ ਜੋ ਹੈ ਉਹ ਕੰਸੀਡਰ ਕੀਤਾ ਗਿਆ। ਸੋ ਇਹ ਹੈ ਅੱਗੇ ਹੁਣ ਸਾਡੇ ਕੋਲ ਸਟੈਂਡਰਡ ਹਾਈਡਰੋਜਨ ਇਲੈਕਟ੍ਰੋਡ। ਇੱਕ ਹਾਫ ਸੈੱਲ ਹੀ ਕਹਿ ਲਈਏ ਆਪਾਂ ਕਿ ਰਿਵਰਸੀਬਲ ਹਾਫ ਸੈੱਲ ਜੋ ਹੈ ਉਹ ਬਣਾਇਆ ਗਿਆ ਸੀ ਸਾਇੰਟਿਸਟਾਂ ਦੇ ਦੁਆਰਾ, ਜਿਹਦੇ ਵਿੱਚ ਇਹਦੀ ਇਲੈਕਟ੍ਰੋਡ ਪੋਟੈਂਸ਼ੀਅਲ ਵੈਲਿਊ ਜੋ ਹੈ ਉਹ 0 ਮੰਨੀ ਗਈ ਸੀ। ਸੋ ਇੱਥੇ ਦੇਖ ਲਈਏ ਪਹਿਲਾਂ, ਇੱਕ ਆ ਕੰਟੇਨਰ ਹੈ, ਕੰਟੇਨਰ ਦੇ ਵਿੱਚ 1 ਮੋਲਰ HCl ਸੋਲਿਊਸ਼ਨ ਹੈ। ਇਹਦੇ ਵਿੱਚ ਆ ਤੁਸੀਂ ਦੇਖ ਰਹੇ ਹੋ ਕਿ ਆ ਇੱਕ ਪਲਾਟੀਨਮ ਦੀ ਵਾਇਰ ਇੱਥੇ ਲਿਖਿਆ ਹੋਇਆ ਪਲਾਟੀਨਮ ਵਾਇਰ, ਇਹਦੇ ਨਾਲ ਆਹ ਪਲਾਟੀਨਮ ਦੀ ਫੋਇਲ ਪੱਤੀ ਜੋ ਹੈ ਇੱਕ ਅਟੈਚ ਕੀਤੀ ਹੋਈ ਹੈ, ਤੇ ਇਸ ਨੂੰ ਇੱਕ ਆ ਗਲਾਸ ਟਿਊਬ ਹੈ, ਆਹ ਕੱਚ ਦੀ ਹੈ ਟਿਊਬ, ਇਹ ਗਲਾਸ ਟਿਊਬ, ਇਹਦੇ ਵਿੱਚ ਇਹਨੂੰ ਪਲਾਟੀਨਮ ਦੀ ਵਾਇਰ ਨੂੰ ਬੰਦ ਕੀਤਾ ਗਿਆ ਤਾਂ ਜੋ ਇਹਦਾ ਰਿਐਕਸ਼ਨ ਇੱਥੇ ਹੋ ਸਕੇ ਇਹ ਵਾਇਰ ਦਾ। ਫਿਰ ਇਸ ਤੋਂ ਉੱਪਰ ਇੱਕ ਹੋਰ ਜੋ ਹੈ ਕੱਚ ਦਾ ਹੀ ਇੱਕ ਕਵਰ ਲਗਾਇਆ ਹੋਇਆ, ਉਹ ਕਵਰ ਦੇ ਵਿੱਚ ਇੱਕ ਪਾਸੇ ਤੋਂ ਆ ਹਾਈਡਰੋਜਨ ਗੈਸ ਇੱਕ ਬਾਰ ਪ੍ਰੈਸ਼ਰ ਦੇ ਉੱਤੇ ਅੰਦਰ ਭੇਜੀ ਜਾ ਰਹੀ ਹੈ। ਆ ਹਾਈਡਰੋਜਨ ਗੈਸ ਦੇ ਬਬਲਸ ਜੋ ਹੈ ਇਹ ਨਜ਼ਰ ਆ ਰਹੇ ਨੇ ਸਾਨੂੰ। ਸੋ ਇਹਦੇ ਬਾਰੇ ਇੱਥੇ ਡਿਸਕਸ ਕਰਾਂਗੇ ਆਪਾਂ ਕਿ ਕਿਹੋ ਜਿਹਾ ਸਟੈਂਡਰਡ ਹਾਈਡਰੋਜਨ ਇਲੈਕਟ੍ਰੋਡ ਬਣਾਇਆ ਗਿਆ। ਇਟ ਕੰਸਿਸਟ ਆਫ ਏ ਪਲਾਟੀਨਮ ਵਾਇਰ ਸੀਲਡ ਇਨ ਏ ਗਲਾਸ ਟਿਊਬ ਐਂਡ ਹੈਜ਼ ਏ ਪਲਾਟੀਨਮ ਫੋਇਲ ਅਟੈਚਡ ਟੂ ਇਟ। ਦੱਸਿਆ ਸੀ ਤੁਹਾਨੂੰ ਪਲਾਟੀਨਮ ਫੋਇਲ ਅਟੈਚ ਕੀਤੀ ਹੋਈ ਹੈ, ਵਿਚ ਇਜ਼ ਯੂਜ਼ਡ ਐਜ਼ ਐਨ ਇਲੈਕਟ੍ਰੋਡ। ਇਹਨੂੰ ਪਲਾਟੀਨਮ ਫੋਇਲ ਨੂੰ ਇੱਕ ਇਲੈਕਟ੍ਰੋਡ ਦੀ ਤਰ੍ਹਾਂ ਇੱਥੇ ਯੂਜ਼ ਕੀਤਾ ਗਿਆ, ਐਂਡ ਦਿਸ ਇਲੈਕਟ੍ਰੋਡ ਇਜ਼ ਡਿਪਡ ਇਨ 1 ਮੋਲਰ HCl solution, and then pure hydrogen gas at 1 bar pressure is constantly bubbled in the solution at a constant temperature of 298 Kelvin। मतलब standard conditions ਦੇ ਉੱਤੇ 1 bar pressure ਤੇ 298 Kelvin room temperature ਜੋ ਹੈ। The surface of the foil acts as a site for the reaction। ਇਹ ਜੋ foil ਦੀ ਸਤ੍ਹਾ ਹੈ ਉਹ ਰਿਐਕਸ਼ਨ ਹੋਣ ਦੀ ਥਾਂ ਹੈ ਕਿ ਇੱਥੇ ਰਿਐਕਸ਼ਨ ਹੁੰਦਾ ਹੈ। ਨੈਕਸਟ ਵਰਕਿੰਗ ਕਿਵੇਂ ਹੁੰਦੀ ਹੈ ਇਹਦੀ? Standard hydrogen electrode can act as a cathode as well as an anode। ਇਹ ਰਿਵਰਸੀਬਲ ਹੈ, ਕੈਥੋਡ ਦੀ ਤਰ੍ਹਾਂ ਵੀ ਐਕਟ ਕਰ ਸਕਦਾ ਹੈ, ਐਨੋਡ ਦੀ ਤਰ੍ਹਾਂ ਵੀ। When it acts as anode then the following reaction takes place। ਜਦੋਂ ਐਨੋਡ ਦੀ ਤਰ੍ਹਾਂ ਰਿਐਕਸ਼ਨ ਕਰਦਾ ਹੈ
ਐਨੋਡ ਦੇ ਉੱਤੇ ਹਮੇਸ਼ਾ ਆਕਸੀਡੇਸ਼ਨ ਹੁੰਦੀ ਹੈ, ਮੀਨਸ ਹਾਈਡਰੋਜਨ ਗੈਸ ਉੱਥੇ ਇਲੈਕਟ੍ਰੋਨ ਰਿਲੀਜ਼ ਕਰ ਦਿੰਦੀ ਹੈ 2H ਪੋਜ਼ਿਟਿਵ ਪਲੱਸ 2 ਇਲੈਕਟ੍ਰੋਨ। ਇਫ ਸਟੈਂਡਰਡ ਹਾਈਡਰੋਜਨ ਇਲੈਕਟ੍ਰੋਨ ਐਕਟਸ ਐਜ਼ ਏ ਕੈਥੋਡ ਦੈਨ ਦਾ ਫੋਲੋਇੰਗ ਰਿਐਕਸ਼ਨ ਟੇਕਸ ਪਲੇਸ। ਜੇ ਕੈਥੋਡ ਦੀ ਤਰ੍ਹਾਂ ਐਕਟ ਕਰਦਾ ਹੈ ਤਾਂ ਕੈਥੋਡ ਦੇ ਉੱਤੇ ਰਿਡਕਸ਼ਨ ਮੀਨਸ ਗੇਨ ਆਫ ਇਲੈਕਟ੍ਰੋਨ, ਤਾਂ ਫਿਰ ਆ 2 ਹਾਈਡਰੋਜਨ ਜਿਹੜੇ ਨੇ H ਪੋਜ਼ਿਟਿਵ ਆਇਨਸ ਉਹ 2 ਇਲੈਕਟ੍ਰੋਨ ਗੇਨ ਕਰਕੇ ਹਾਈਡਰੋਜਨ ਗੈਸ 'ਚ ਕਨਵਰਟ ਹੋ ਜਾਂਦੇ ਆ। ਸੋ ਇਸ ਤਰ੍ਹਾਂ ਦੀ ਇਹ ਵਰਕਿੰਗ ਹੁੰਦੀ ਹੈ। ਜਦੋਂ ਮੰਨ ਲਓ ਆਪਾਂ ਜ਼ਿੰਕ ਇਲੈਕਟ੍ਰੋਡ ਜੋ ਹੈ, ਜੇਕਰ ਉਸ ਦੀ ਇਲੈਕਟ੍ਰੋਡ ਪੋਟੈਂਸ਼ੀਅਲ ਵੈਲਿਊ ਪਤਾ ਕਰਨੀ ਹੋਵੇ ਤਾਂ ਫਿਰ ਇਹਨੂੰ ਰਾਈਟ ਹੈਂਡ ਸਾਈਡ 'ਤੇ ਲਗਾਇਆ ਜਾਂਦਾ, ਇਹਨੂੰ ਕੈਥੋਡ ਦੀ ਤਰ੍ਹਾਂ ਯੂਜ਼ ਕੀਤਾ ਜਾਂਦਾ ਹੈ। ਜੇਕਰ ਆਪਾਂ ਜੋ ਕੈਥੋਡ ਵਾਲਾ ਜੋ ਕਾਪਰ ਰੋਡ ਹੈ ਜੋ ਉਸ ਦੀ ਇਲੈਕਟ੍ਰੋਡ ਪੋਟੈਂਸ਼ੀਅਲ ਵੈਲਿਊ ਪਤਾ ਕਰਨੀ ਹੋਵੇ ਤਾਂ ਇਸ ਨੂੰ ਲੈਫਟ ਹੈਂਡ ਸਾਈਡ 'ਤੇ ਜ਼ਿੰਕ ਵਾਲੀ ਥਾਂ 'ਤੇ ਲਗਾਇਆ ਜਾਂਦਾ, ਉੱਥੇ ਇਹ ਫਿਰ ਐਨੋਡ ਦੀ ਤਰ੍ਹਾਂ ਵਰਕ ਕਰਦਾ ਹੈ। ਸੋ ਇਹ ਦੋਨੋਂ ਤਰ੍ਹਾਂ ਐਕਟ ਕਰ ਸਕਦਾ ਹੈ, ਰਿਵਰਸੀਬਲ ਹੁੰਦਾ ਹੈ। ਸੋ ਨੈਕਸਟ ਲਿਖੇ ਹੋਏ ਦੇ ਫੀਚਰਸ, the electrode potential of an electrode can be determined by connecting that electrode with a standard hydrogen electrode। ਕਿਸੇ ਵੀ ਇਲੈਕਟ੍ਰੋਡ ਦੀ ਜੇਕਰ ਇਲੈਕਟ੍ਰੋਡ ਪੋਟੈਂਸ਼ੀਅਲ ਵੈਲਿਊ ਪਤਾ ਕਰਨੀ ਹੋਵੇ ਤਾਂ ਉਹਨੂੰ ਫਿਰ ਸਟੈਂਡਰਡ ਹਾਈਡਰੋਜਨ ਇਲੈਕਟ੍ਰੋਡ ਦੇ ਨਾਲ ਜੋੜਿਆ ਜਾਂਦਾ ਹੈ। ਨੈਕਸਟ, the electrode potential of the standard hydrogen electrode is always taken as 0। ਜੋ ਸਟੈਂਡਰਡ ਹਾਈਡਰੋਜਨ ਇਲੈਕਟ੍ਰੋਡ ਹੈ ਇਸ ਦੀ ਇਲੈਕਟ੍ਰੋਡ ਪੋਟੈਂਸ਼ੀਅਲ ਵੈਲਿਊ ਹਮੇਸ਼ਾ 0 ਲਈ ਜਾਂਦੀ ਹੈ, ਕਿਉਂਕਿ ਜੇ ਇਹਦੀ 0 ਲਵਾਂਗੇ ਤਾਂ ਜਿੰਨੀ ਵੀ ਫਿਰ ਉਹ ਸੈੱਲ ਦੀ ਵੋਲਟੇਜ ਹੋਣੀ ਹੈ ਤਾਂ ਫਿਰ ਉਹ ਦੂਜੇ ਇਲੈਕਟ੍ਰੋਡ ਦੀ ਹੋਊਗੀ ਜਿਹਦੇ ਨਾਲ ਇਹਨੂੰ ਕਨੈਕਟ ਕੀਤਾ ਹੋਏਗਾ। ਸੋ ਇਸ ਤਰ੍ਹਾਂ ਆਪਾਂ ਸਟੈਂਡਰਡ ਹਾਈਡਰੋਜਨ ਇਲੈਕਟ੍ਰੋਡ ਜੋ ਹੈ ਉਸ ਦੀ ਹੈਲਪ ਦੇ ਨਾਲ ਕਿਸੇ ਵੀ ਇਲੈਕਟ੍ਰੋਡ ਦੀ ਇਲੈਕਟ੍ਰੋਡ ਪੋਟੈਂਸ਼ੀਅਲ ਵੈਲਿਊ ਮੇਜ਼ਰ ਕਰ ਸਕਦੇ ਹਾਂ। ਸੋ ਅੱਜ ਦੇ ਲਈ ਇੰਨੇ ਟੌਪਿਕ ਸੀ। ਨੈਕਸਟ ਟੌਪਿਕ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ।